शाम ਨੂੰ 4-5 ਵਜੇ ਇੱਥੇ ਸਰਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰੇ ਗੱਦੇ ਥੱਲੇ ਵਿਛ ਜਾਣਗੇ, ਹਰੇਕ ਗੱਦੇ ਤੇ 2-2 ਕੰਬਲ ਆ ਜਾਣਗੇ। ਇੱਥੇ ਪ੍ਰੋਜੈਕਟਰ ਲੱਗ ਜੂ, ਵੱਡੇ ਵੱਡੇ ਸਪੀਕਰ ਲੱਗ ਜਾਣਗੇ। 300 ਬੰਦਾ ਬਹਿ ਕੇ ਆਰਾਮ ਨਾਲ ਫਿਲਮ ਦੇਖਦਾ। ਇੱਥੇ ਪੂਰਾ ਮਾਹੌਲ ਹੁੰਦਾ। ਫਿਲਮ ਖਤਮ ਹੋਣ ਤੋਂ ਬਾਅਦ ਇੱਥੇ ਸਾਰੇ ਸੌ ਜਾਂਦੇ ਆ। ਵਧੀਆ ਮਾਹੌਲ ਬਣਦਾ ਜੀ। ਇਹਦੀ ਤਾਂ ਇੱਕੋ ਗੱਲ ਹੈ ਜੀ, ਮਨ ਕੀ ਬਾਤ 'ਚ ਮੋਦੀ ਜੀ ਨੇ ਕਿਹਾ ਵੀ ਸਰਕਾਰੀ ਸੰਪत्ति को नुकसान ना पहुँचाए। ਤਾਂ ਅਸੀਂ ਉਦੋਂ ਵੀ ਕਿਹਾ ਵੀ ਸਰਕਾਰੀ ਸੰਪत्ति ਨੂੰ ਨੁਕਸਾਨ ਤੁਹਾਡੀ ਖੱਟਰ ਸਰਕਾਰ ਨੇ ਪਹੁੰਚਾਇਆ। ਅੰਦੋਲਨਕਾਰੀਆਂ ਨੇ ਕਿਤੇ ਕੋਈ ਇੱਕ ਵੀ ਚੀਜ਼ ਨੂੰ ਨੁਕਸਾਨ ਪਹੁੰਚਾਇਆ ਹੋਵੇ ਅਸੀਂ ਦੇਣ ਦਾ ਨਾ ਕਿ ਸਰਕਾਰ ਕੋਲੇ ਮੰਨਣ ਤੋਂ ਬਿਨਾਂ ਕੋਈ ਰਾਹ ਹੀ ਨਹੀਂ ਹੈਗਾ। ਬਸ ਸਰਕਾਰ ਢੀਠਤਾਈ ਤੇ ਆਈ ਹੋਈ ਹੈ, ਇੱਕਦਮ ਮੰਨ ਨਹੀਂ ਸਕਦੀ। ਹੌਲੀ ਹੌਲੀ ਮੰਨੂਗੀ। ਪੋਲੇ ਪਏ ਨੇ, ਹਰੇਕ मीटिंग 'ਚ 2 ਗੱਲਾਂ ਮੰਨ ਲੈਂਦੇ ਨੇ। ਮੰਨ ਜਾਣਗੇ, 1-2 ਰਾਊਂਡ ਹੋਰ ਚੱਲਣਗੇ, ਮੰਨਣੀ ਪਊਗੀ ਉਹਨਾਂ ਨੂੰ ਗੱਲ। और मध्य प्रदेश का किसान पिछले 15 साल से इन कानूनों से लड़ रहा है और उसकी ये स्थिति हो गई है कि वो आज अपनी ज़मीन बचाने के लिए लड़ रहा है। और ये सारी चीज़ें जो हैं, ये सारी चीज़ें एक इकोनॉमिक सर्कल बनाती है कि भाई मजदूर भी किसान से जुड़ा हुआ है, किसान मजदूर से जुड़ा हुआ है। लेकिन इन सारी चीज़ों को ये जो तोड़ने की व्यवस्था है, ये जो दिखाने की ज़रूरत है कि नहीं सिर्फ कॉर्पोरेट ही आपको बचा सकते हैं। तो अभी आप मध्य प्रदेश में आप अपने गूगल पे उठा के मध्य प्रदेश की न्यूज़ देखिए, 175 केसेस हुए हैं जिसमें अभी फॉर्च्यून कंपनी जो है उसने कई सारे मध्य प्रदेश के किसानों के साथ ये डील की थी कि हम आपसे खरीदेंगे सामान। लेकिन फिर उसके बाद उन्होंने बोल दिया कि भाई आपने जो उगाया है इसमें पॉइजनस सब्सटेंस है और हम इसको नहीं ले सकते, तो आप हमको मत बेचो। ਜੇ ਨਵੇਂ ਕਾਨੂੰਨਾਂ ਨੂੰ ਛੱਡ ਵੀ ਦਈਏ ਤਾਂ ਇੱਕ ਚਾਹੇ ਉਹ 100 ਕਿੱਲੇ ਵਾਲਾ ਕਿਸਾਨ ਵੀ ਹੈ, ਉਹ ਅਡਾਨੀ ਦੀ ਕੰਪਨੀ ਨਾਲ ਕਿਵੇਂ ਲੜਾਈ ਲੜ ਸਕਦਾ ਸਾਡੇ ਮੌਜੂਦਾ ਸਿਸਟਮ 'ਚ। ਲਗਾਤਾਰ ਕਿਸਾਨੀ ਸੰਘਰਸ਼ ਦਿੱਲੀ ਦੀ ਬਰੂਹਾਂ ਤੇ ਚੱਲ ਰਿਹਾ। ਉੱਥੇ ਹੀ ਟਰਾਲੀ ਟਾਈਮਜ਼ ਅਖਬਾਰ ਅਤੇ ਟਰਾਲੀ ਟਾਕਸ ਸਿਨੇਮੇ ਦਾ ਵੀ ਇੱਥੇ ਪ੍ਰਬੰਧ ਕੀਤਾ ਹੈ, ਜਿੱਥੇ ਕਈ ਕਿਸਾਨਾਂ ਨੂੰ ਅਖਬਾਰ ਵਗੈਰਾ ਨਹੀਂ ਪੜ੍ਹਨ ਦਿੰਦੇ, ਉਹਨਾਂ ਵਾਸਤੇ ਸਪੈਸ਼ਲ ਟਰਾਲੀ ਟਾਈਮਜ਼ ਵਾਲਿਆਂ ਵੱਲੋਂ ਇੱਕ ਸਿਨੇਮਾ ਤਿਆਰ ਕੀਤਾ ਗਿਆ। ਰਹਿਣ ਦਾ ਪ੍ਰਬੰਧ ਵੀ ਕੀਤਾ, ਕਹਿ ਸਕਦੇ ਹਾਂ ਵੀ ਉੱਥੇ ਹੀ ਰਹਿਣ ਬਸੇਰਾ ਵੀ ਕੀਤਾ ਗਿਆ। ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਿੰਦੇ ਹਾਂ ਕਿ ਇੱਥੇ ਡੇਲੀ ਜੋ ਕਿਸਾਨਾਂ ਨੂੰ ਕਿਸਾਨੀ ਸੰਬੰਧੀ ਜੋ ਫਿਲਮਾਂ ਦਿਖਾਈਆਂ ਜਾਂਦੀਆਂ ਨੇ, ਤਸਵੀਰਾਂ ਨੇ। ਲਗਾਤਾਰ ਇੱਥੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵੱਡੀ ਜਿਹੜੀ ਕਹਿ ਸਕਦੇ ਇੱਕ ਟਰਾਲੀ ਟਾਈਮਜ਼ ਵਾਲੇ ਨੌਜਵਾਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ। ਰਹਿਣ ਲਈ ਵੀ ਪੱਕੇ ਪ੍ਰਬੰਧ ਕੀਤੇ ਗਏ ਨੇ। ਉੱਥੇ ਨਾਲ ਦੀ ਨਾਲ ਲੋਕਾਂ ਲਈ ਅਖਬਾਰ ਤੇ ਪੁਸਤਕਾਂ ਤੇ ਨਾਲ ਹੀ ਇਹ ਸਿਨੇਮੇ ਦਾ ਵੀ ਪ੍ਰਬੰਧ ਕੀਤਾ ਗਿਆ। ਗੱਲਬਾਤ ਕਰ ਲੈਂਦੇ ਹਾਂ ਸਾਡੇ ਨਾਲ। ਅਜੇਪਾਲ ਨਾਥ ਜੀ ਮੌਜੂਦ ਨੇ ਜਿਹੜੇ ਇੱਥੇ ਮੇਨ ਨੇ। ਅਜੇਪਾਲ ਜੀ, ਕਿੱਦਾਂ ਦਿਮਾਗ 'ਚ ਇਹ ਆਈਡੀਆ ਹੈ ਵੀ ਇਹ ਚੀਜ਼ ਤਿਆਰ ਕਰੀ, ਨਾਲੇ ਰਹਿਣ ਬਸੇਰਾ ਵੀ ਬਣ ਜੇ ਨਾਲੇ ਸਿਨੇਮਾ? ਸਿਨੇਮੇ ਵਾਲੀ ਤਾਂ ਗੱਲ ਐ ਸੀਗੀ ਜੀ, ਕਾਫੀ ਸ਼ਾਮ ਨੂੰ 4:30 ਜਦੋਂ ਸਟੇਜ ਬੰਦ ਹੋ ਜਾਂਦੀ ਹੈ, ਉਸ ਤੋਂ ਬਾਅਦ ਸਾਡੇ ਲੋਕਾਂ ਕੋਲ ਕਾਫੀ ਸਮਾਂ ਹੁੰਦਾ ਜਿਹੜਾ ਉਹ ਫ੍ਰੀ ਹੁੰਦਾ, ਤਾਂ ਉਹਨੂੰ ਕਿਸ ਰੂਪ 'ਚ ਸਹਿਯੋਗ ਰੂਪ 'ਚ ਵਰਤੋਂ 'ਚ ਲਿਆਂਦਾ ਜਾਵੇ ਤੇ ਜਿਹੜੀ ਸਾਡੇ ਮੈਸੇਜ ਹੈ, ਕੋਈ ਪ੍ਰੋ ਪੀਪਲ ਵੌਇਸ ਹੈ, ਉਹਨੂੰ ਅਸੀਂ ਲੋਕਾਂ 'ਚ ਪਹੁੰਚਾ ਸਕੀਏ ਕਿ ਲੋਕਾਂ ਦੀ ਚੇਤਨਤਾ ਦਾ ਪੱਧਰ ਹੈ ਜਿਹੜਾ ਹੋਰ ਉੱਚਾ ਜਾਵੇ। ਇਹ ਸੋਚਦੇ ਹੋਏ ਅਸੀਂ ਸੋਚਿਆ ਵੀ ਸਿਨੇਮੇ ਦਾ ਮਾਧਿਅਮ ਹੈ, ਇੱਕ ਪੈਰਲਰ ਸਿਨੇਮਾ। ਬਹੁਤ ਸਾਰੀਆਂ ਪ੍ਰੋਗਰੈਸਿਵ ਫਿਲਮਾਂ ਬਣਦੀਆਂ ਨੇ, ਲੋਕਾਂ ਦੀ ਬਾਤ ਪਾਉਂਦੀਆਂ ਫਿਲਮਾਂ ਬਣਦੀਆਂ ਨੇ, ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਮਹਿੰਗੇ ਮਲਟੀਪਲੈਕਸਾਂ 'ਚ ਜਾ ਕੇ ਸਿਨੇਮੇ ਦੀਆਂ ਟਿਕਟਾਂ ਲੈ ਕੇ ਨਹੀਂ ਦੇਖ ਸਕਦੇ, ਤੇ ਹੁਣ ਇੱਥੇ 1.5 ਮਹੀਨਾ ਹੋ ਗਿਆ ਬੈਠਿਆਂ ਨੂੰ, ਉਹਨਾਂ ਨੂੰ ਮਨੋਰੰਜਨ ਵੀ ਚਾਹੀਦਾ। ਜਿਹੜਾ ਹੁਣ ਇੱਥੇ ਪਿੰਡ ਵਸੇ ਹੋਏ ਨੇ ਸਾਰੇ, ਉਹਨਾਂ ਦੇ ਮਨੋਰੰਜਨ ਲਈ ਵੀ ਚਾਹੀਦਾ। ਤਾਂ ਸਾਨੂੰ ਲੱਗਾ ਵੀ ਸਾਨੂੰ ਇਹ ਉਪਰਾਲਾ ਕਰਨਾ ਚਾਹੀਦਾ। ਥੋੜੀ ਜਿਹੀ ਇਨਵੈਸਟਮੈਂਟ ਸੀਗੀ, ਉਹ ਅਸੀਂ ਆਪਦੇ ਪੱਧਰ ਤੇ ਕਰਕੇ ਥੋੜੀ ਬਹੁਤ ਦੋਸਤਾਂ ਮਿੱਤਰਾਂ ਤੋਂ ਸਹਿਯੋਗ ਲੈ ਕੇ ਤੇ ਅਸੀਂ ਇਹਨੂੰ ਸ਼ੁਰੂ ਕਰਤਾ। ਸ਼ੁਰੂ 'ਚ ਤਾਂ ਅਸੀਂ ਸਗੋਂ ਜਿਹੜਾ ਪ੍ਰੋਜੈਕਟਰ ਉਹ ਕਿਰਾਏ 'ਤੇ ਲਿਆਂਦਾ। ਇਹ ਵਰੁਣ ਜੀ ਨੇ ਗਵਾਲੀਅਰ ਤੋਂ, ਇਹ ਵੀ ਸਾਡੇ ਨਾਲ ਪਹਿਲੇ ਦਿਨੋਂ ਸੰਘਰਸ਼ 'ਚ ਜੁੜੇ ਹੋਏ ਨੇ, ਉਹ ਇਹਨਾਂ ਨੇ ਜ਼ਿੰਮੇਵਾਰੀ ਲਈ। ਉਹਦਾ ਸ਼ੁਰੂ 'ਚ ਅਸੀਂ ਕਿਰਾਇਆ ਵੀ ਜੇਬੋਂ ਭਰਿਆ। ਫਿਰ ਹੌਲੀ ਹੌਲੀ ਉੱਥੇ ਫਿਲਮਾਂ ਦਿਖਾਉਣ ਲੱਗਾ। 5ਵੇਂ-7ਵੇਂ ਦਿਨ ਠੰਡ ਬਹੁਤ ਵੱਧ ਗਈ। ਫਿਰ ਸਾਨੂੰ ਅਹਿਸਾਸ ਹੋਇਆ ਵੀ ਸਾਡੇ ਦਰਸ਼ਕਾਂ ਦਾ ਸਾਨੂੰ ਇੰਨਾ ਕੁ ਧਿਆਨ ਰੱਖਣਾ ਚਾਹੀਦਾ ਵੀ ਇਹਨੂੰ ਆਪਾਂ ਜੇ ਕਵਰ ਕਰ ਲਈਏ। ਫਿਰ ਜਦੋਂ ਟੈਂਟ ਹੀ ਲਵਾਉਣ ਲੱਗੇ, ਮੈਂ ਫਿਰ ਫੋਰਕਾਸਟ ਦੇਖਿਆ ਵੀ ਅੱਗੇ ਮੀਂਹ ਵੀ ਆ ਸਕਦਾ ਹਫ਼ਤੇ ਬਾਅਦ। ਫਿਰ ਅਸੀਂ ਇਹ ਸਾਰਾ ਵਾਟਰਪ੍ਰੂਫ ਟੈਂਟ ਲਵਾਤਾ। ਇਹਦੇ ਲਈ ਵੀ ਜਿਹੜੇ ਸੱਜਣਾ ਨੇ ਇਹ ਸੇਵਾ ਕਰਾਈ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਤੇ ਸਭ ਗੱਲ ਕਰੀਏ, ਬੜਾ ਕਹਿ ਸਕਦੇ ਵੀ ਜੰਗਲ 'ਚ ਮੰਗਲ ਲਾਉਣ ਵਾਲੀ ਗੱਲ ਹੋ ਗਈ। ਇੱਕ ਤਰ੍ਹਾਂ ਦੀ ਦੇਸੀ ਤਰੀਕੇ ਨਾਲ ਸਿਨੇਮਾ ਬਣਾਤਾ ਆਪਾਂ ਨੇ। ਇਹ ਪੂਰਾ ਇਸ ਵੇਲੇ ਜੀ ਕਿਸਾਨ ਮਲਟੀਪਲੈਕਸ ਹੈ, ਟਰਾਲੀ ਟਾਕੀਜ਼ ਇਹਦਾ ਨਾਮ ਹੈ। ਤੇ ਆਹ ਤੁਸੀਂ ਦੇਖ ਲਓ ਵੀ ਹੁਣ ਇਹ ਗੱਦੇ ਗੁੱਦੇ ਇਕੱਠੇ ਕਰਕੇ, ਕੰਬਲ ਸਾਰੇ ਇਕੱਠੇ ਕਰਕੇ ਸਫਾਈ ਹੋ ਗਈ। ਸ਼ਾਮ ਨੂੰ 4-5 ਵਜੇ ਇੱਥੇ ਸਰਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰੇ ਗੱਦੇ ਥੱਲੇ ਵਿਛ ਜਾਣਗੇ, ਹਰੇਕ ਗੱਦੇ ਤੇ 2-2 ਕੰਬਲ ਆ ਜਾਣਗੇ। ਇੱਥੇ ਪ੍ਰੋਜੈਕਟਰ ਲੱਗ ਜੂ, ਵੱਡੇ ਵੱਡੇ ਸਪੀਕਰ ਲੱਗ ਜਾਣਗੇ। 300 ਬੰਦਾ ਬਹਿ ਕੇ ਆਰਾਮ ਨਾਲ ਫਿਲਮ ਦੇਖਦਾ। ਇੱਥੇ ਪੂਰਾ ਮਾਹੌਲ ਹੁੰਦਾ। ਫਿਲਮ ਖਤਮ ਹੋਣ ਤੋਂ ਬਾਅਦ ਇੱਥੇ ਸਾਰੇ ਸੌ ਜਾਂਦੇ ਆ। ਵਧੀਆ ਮਾਹੌਲ ਬਣਦਾ ਜੀ ਪੂਰਾ। ਨਾਲ ਗੱਲ ਕਰੀਏ ਸਿਨੇਮੇ ਦੇ ਨਾਲ ਰਹਿਣ ਬਸੇਰੇ ਦੀ ਵੀ ਗੱਲ ਕਰੀਏ, ਰਹਿਣ ਬਸੇਰਾ ਵੀ ਹੈਗਾ ਵੱਡਾ ਇੱਕ ਉਪਰਾਲਾ ਤੁਹਾਡਾ। ਰਹਿਣ ਬਸੇਰੇ ਦੀ ਗੱਲ ਕਰੀਏ, ਚਾਹੇ ਉਹ ਸਿਨੇਮੇ ਦੀ ਗੱਲ ਕਰੀਏ, ਕਿਉਂਕਿ ਧਰਨਾ ਖਤਮ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਕਾਫੀ ਟਾਈਮ ਬਚ ਜਾਣਾ, ਉਸ ਲਈ ਤਾਂ ਇਹ ਉਪਰਾਲਾ ਕੀਤਾ। ਬਿਲਕੁਲ ਜੀ। ਹੁਣ ਦੇਖੋ ਜਿਹੜੇ ਸ਼ੁਰੂ 'ਚ ਟਰਾਲੀਆਂ ਤੇ ਆਏ ਉਹਨਾਂ ਕੋਲ ਤਾਂ ਆਪਦੇ ਰਹਿਣ ਦੀ ਸੁਵਿਧਾ, ਪਰ ਲੇਹ ਸੰਘਰਸ਼ ਲੰਮਾ ਜਾਣ ਕਰਕੇ ਹੁਣ ਵੱਡੀ ਗਿਣਤੀ ਜਿਹੜੇ ਮਾਲਵੇ ਦੇ ਲੋਕ ਨੇ ਉਹ ਟ੍ਰੇਨਾਂ ਰਾਹੀਂ ਆਉਂਦੇ ਨੇ। ਸੋ ਟ੍ਰੇਨ ਤੇ ਰਹਿਣ ਦੇ ਪ੍ਰਬੰਧ ਦਾ ਉਹਨਾਂ ਨੂੰ ਦਿੱਕਤ ਸਾਨੂੰ ਲੱਗ ਰਹੀ ਸੀ। ਬਹੁਤ ਸਾਰੇ ਹੋਰ ਵੀ ਕੀਤੇ, ਪਰ ਇਸ ਸਟ੍ਰੈਚ 'ਚ ਕੋਈ ਹੈ ਨਹੀਂ। ਜਿੱਥੇ ਅਸੀਂ ਬੈਠੇ ਹਾਂ ਸਟੇਜ ਤੋਂ ਕਿਲੋਮੀਟਰ ਪਿੱਛੇ ਬੈਠੇ ਹਾਂ ਤਾਂ ਮੈਟਰੋ ਲਾਈਨ ਦੇ ਥੱਲੇ ਹੈ ਨਹੀਂ ਸੀਗਾ ਕੋਈ ਉਸ ਰੂਪ 'ਚ। ਤਾਂ ਸਾਨੂੰ ਲੱਗਾ ਵੀ ਸਾਨੂੰ ਇਹ ਉਪਰਾਲਾ ਵੀ ਨਾਲ ਕਰ ਹੀ ਲੈਣਾ ਚਾਹੀਦਾ। ਜੋ ਅਸੀਂ ਤੰਬੂ ਪਵਾ ਹੀ ਰਹੇ ਹਾਂ, ਇਹਦੇ ਲਈ ਅਸੀਂ ਥੋੜ੍ਹਾ ਜਿਹਾ ਉਹਨੂੰ 2 ਖੰਭੇ ਹੋਰ ਲਵਾ ਦਈਏ, ਵੱਡਾ ਕਰ ਲਈਏ। ਤਾਂ ਉਹ ਕਰ ਲਿਆ। ਹੁਣ ਸਾਡੇ ਕੋਲ ਸੌਣ ਵਾਲਿਆਂ
ਬੰਦਿਆਂ ਦੇ ਵੀ ਤੁਸੀਂ ਦੇਖੋਗੇ ਵੀ ਵੱਖ-ਵੱਖ ਸਟੇਟਾਂ ਦੇ, ਕੋਈ ਪੰਜਾਬ ਹਰਿਆਣੇ ਦੇ ਨਹੀਂ, ਵੱਖ-ਵੱਖ ਸਟੇਟਾਂ ਦੇ ਬੰਦੇ ਆ ਕੇ ਸਾਡੇ ਕੋਲ, ਝਾਰਖੰਡ ਦੇ ਟੀਮ ਆਈ ਹੋਈ ਹੈ ਸੌਣ ਲਈ, ਮਹਾਰਾਸ਼ਟਰ ਤੋਂ ਟੀਮ ਆਈ ਸੀ, ਛੱਤੀਸਗੜ੍ਹ ਤੋਂ ਆਈ ਹੈ, ਤਾਮਿਲਨਾਡੂ ਦੀ ਟੀਮ ਆਈ ਸਾਡੇ ਕੋਲ ਇੱਥੇ ਸੌਣ ਦੀ, ਕੇਰਲਾ ਤੋਂ ਲੋਕ ਆਏ ਸਾਡੇ ਕੋਲੇ। ਉਹ ਸਾਰਿਆਂ ਨੂੰ ਹੁਣ ਲਾਇਬ੍ਰੇਰੀ ਕਰਕੇ, ਟਰਾਲੀ ਟਾਈਮਸ ਕਰਕੇ, ਉਹ ਸਾਰਿਆਂ ਕਹਿੰਦੇ ਵੀ ਯਾਰ ਉਹਨਾਂ ਕੋਲੇ ਹੈਗਾ, ਤੁਸੀਂ ਉੱਥੇ ਨਾਲੇ ਗੱਲਾਂ ਬਾਤਾਂ ਕਰ ਲਓ, ਕੋਈ ਸਵਾਲ ਪੁੱਛਣਾ, ਕਿਉਂਕਿ ਇੱਥੇ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਪੜ੍ਹੇ ਲਿਖੇ, ਉਸ ਰੂਪ 'ਚ ਕਿਸੇ ਨੂੰ ਕੋਈ ਕਮਿਊਨੀਕੇਸ਼ਨ ਦਾ ਗੈਪ ਨਹੀਂ, ਨਾਲੇ ਅਗਲੇ ਨੂੰ ਗੱਲ ਕਲੀਅਰ ਹੋ ਜਾਂਦੀ ਹੈ, ਨਾਲੇ ਅਗਲਾ ਰਾਤ ਕੱਟ ਜਾਂਦਾ, ਨਾਲੇ ਸਾਡੀ ਸਾਂਝ ਪੈ ਜਾਂਦੀ ਹੈ। ਸਭ ਗੱਲ ਕਰੀਏ ਟਰਾਲੀ ਟਾਈਮ ਜਿਵੇਂ ਸਰਕਾਰਾਂ ਨੂੰ ਦੁਚਿੱਤੀ 'ਚ ਪਾਤਾ ਵੀ ਯਾਰ ਇਹਨਾਂ ਨੇ ਤਾਂ ਆਪਣਾ ਅਖਬਾਰ ਹੀ ਸ਼ੁਰੂ ਕਰਤਾ, ਇਸ ਤੋਂ ਉੱਪਰ ਤਾਂ ਸੰਘਰਸ਼ ਵੱਡਾ ਰੂਪ ਲੈ, ਕਿਉਂਕਿ ਜਦੋਂ ਇੱਕ ਅਖਬਾਰ ਸ਼ੁਰੂ ਹੋ ਜੇ ਸਰਕਾਰਾਂ ਨੂੰ ਇੱਕ ਤਰ੍ਹਾਂ ਦੀ ਭਾਜੜ ਕਹਿ ਸਕਦੇ ਆ ਪੈ ਗਈ ਇਸ ਤਰੀਕੇ ਦੀ ਵੀ ਸਾਰੀ ਜਿਹੜੇ ਸਰਕਾਰ ਦੇ ਕੁਝ ਕੀ ਕਹਾਂਗੇ ਪਾਲੇ ਹੋਏ, ਕਹਾਂਗੇ ਸਹੀ ਸ਼ਬਦ ਇਹੀ ਹੈ ਨਾ, ਪਾਲੇ ਹੋਏ ਜਰਨਲਿਸਟਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਅਨਪੜ੍ਹ ਕਿਸਾਨ ਨੇ ਜੀ, ਇਹਨਾਂ ਪਿੱਛੇ ਵਿਦੇਸ਼ੀ ਤਾਕਤਾਂ ਕੰਮ ਕਰਦੀਆਂ। ਦੇਖੋ ਅੰਗਰੇਜ਼ੀ 'ਚ ਬਿਆਨ ਦਿੰਦੇ ਆ, ਹਿੰਦੀ 'ਚ ਬਿਆਨ ਦਿੰਦੇ ਨੇ। ਚੀਹ ਬੜੀ ਚੜੀ ਸੀ, ਉਦੋਂ ਗੁੱਸਾ ਬੜਾ ਆਇਆ ਸੀਗਾ, ਕਚੀਚੀ ਵੱਟ ਕੇ ਉਦੋਂ ਅਸੀਂ ਸੋਚਿਆ ਸੀ ਵੀ ਇਹਦਾ ਜਵਾਬ ਦੇਵਾਂਗੇ। ਤਾਂ ਟਰਾਲੀ ਟਾਈਮਸ, ਟਰਾਲੀ ਟਾਕੀਜ਼, ਬਸ ਅਸੀਂ ਉਹਨਾਂ ਨੂੰ ਇਹੀ ਦਿਖਾਉਣਾ ਵੀ ਜੇ ਸਾਡੇ ਬਾਪ ਦਾਦਾ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਕਹਿੰਦੇ, ਉਹਨਾਂ ਨੇ ਮਿਹਨਤ ਕਰਕੇ ਸਾਨੂੰ ਯੂਨੀਵਰਸਿਟੀਆਂ 'ਚ ਪੜ੍ਹਾਇਆ, ਕਲਮ ਚੱਕਣ ਦੇ ਕਾਬਲ ਬਣਾਇਆ, ਤਾਂ ਇਸ ਵੇਲੇ ਸਾਡੀ ਕਲਮ ਦਾ ਵੀ ਫਰਜ਼ ਹੈ ਨਾ ਵੀ ਉਹ ਕਰਜ਼ ਜਿਹੜਾ ਸਾਡੇ ਸਿਰ ਤੇ ਬਾਪ ਦਾਦਿਆਂ ਦਾ ਖੜਾ, ਉਹਨਾਂ ਦੇ ਨਾਲ ਮੋਢਾ ਜੋੜ ਕੇ ਸੰਘਰਸ਼ ਚਾਹੀਏ ਤੇ ਆਪਦਾ ਉਹ ਕਰਜ਼ ਅਦਾ ਕਰੀਏ। ਇਹ ਕਿਸੇ ਵਾਸਤੇ ਨਹੀਂ, ਅਸੀਂ ਆਪਦੇ ਵਾਸਤੇ ਲੜ ਰਹੇ ਹਾਂ। ਤੇ ਬਸ ਉਹਨਾਂ ਨੂੰ ਦਿਖਾਉਣਾ ਸੀ ਵੀ ਪੰਜਾਬ ਦਾ ਇੰਟੈਲੈਕਚੁਅਲ ਜਿਹੜਾ ਯੂਥ ਹੈ ਉਹ ਵੀ ਇੱਥੇ ਆਇਆ ਹੋਇਆ, ਤੇ ਤੁਸੀਂ ਸਾਨੂੰ ਸਿਰਫ ਅਨਪੜ੍ਹ ਹਲਵਾਹ ਕਿਸਾਨ ਨਾ ਸਮਝੋ, ਅਸੀਂ ਹਰੇਕ ਮੋਰਚੇ ਤੇ ਸਭ ਗੱਲ ਕਰੀਏ ਜਦੋਂ ਕੋਈ ਆਪਣੇ ਹੱਕ ਮੰਗਣ ਲਈ ਤੁਰ ਜਾਂਦਾ ਉਸ ਨੂੰ ਅੱਤਵਾਦੀ ਕਿਹਾ ਜਾਂਦਾ, ਉਸ ਨੂੰ ਮਾਊਵਾਦੀ ਕਿਹਾ ਜਾਂਦਾ ਸਰਕਾਰਾਂ ਵੱਲੋਂ, ਕਿਉਂਕਿ ਇੱਕ ਹੱਕ ਹੈ ਜਿਹੜਾ ਕਿਸਾਨਾਂ ਦਾ, ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਹੀ ਹੈ ਇਹ, ਚਾਹੇ ਉਹ ਪ੍ਰਾਈਵੇਟ ਰੇਲ ਕਰਤੀ, ਚਾਹੇ ਕੋਈ ਵੀ ਦਫ਼ਤਰ ਉਹ 에ਅਰਪੋਰਟ ਦੇਤਾ, ਕਿਤੇ ਨਾ ਕਿਤੇ ਜਿਹੜਾ ਲਗਾਤਾਰ ਜਿਹੜੇ ਮੋਦੀ ਜੀ ਕਹਿ ਰਹੇ ਸੀ ਦੇਸ਼ ਬਚਾਉਣ ਦੀ ਗੱਲ ਕਰ ਰਹੇ ਸੀ, ਦੇਸ਼ ਵੇਚਣ ਤੇ ਆ ਗਏ। ਇਹਦੀ ਤਾਂ ਇੱਕੋ ਗੱਲ ਹੈ ਜੀ, ਮਨ ਕੀ ਬਾਤ 'ਚ ਮੋਦੀ ਜੀ ਨੇ ਕਿਹਾ ਵੀ ਸਰਕਾਰੀ ਸੰਪत्ति को नुकसान ना पहुँचाएं, ਤਾਂ ਅਸੀਂ ਉਦੋਂ ਵੀ ਕਿਹਾ ਵੀ ਸਰਕਾਰੀ ਸੰਪत्ति ਨੂੰ ਨੁਕਸਾਨ ਤੁਹਾਡੀ ਖੱਟਰ ਸਰਕਾਰ ਨੇ ਪਹੁੰਚਾਇਆ, ਅੰਦੋਲਨਕਾਰੀਆਂ ਨੇ ਕਿਤੇ ਕੋਈ ਇੱਕ ਵੀ ਚੀਜ਼ ਨੂੰ ਨੁਕਸਾਨ ਪਹੁੰਚਾਇਆ ਹੋਵੇ ਅਸੀਂ ਦੇਣਦਾਰ ਹਾਂ। ਮੋਰ ਓਵਰ ਜਿਹੜੀ ਸਰਕਾਰੀ ਸੰਪत्ति ਦੇ ਨੁਕਸਾਨ ਦੀ ਸਾਨੂੰ ਐਡੀ ਚਿੰਤਾ ਸੀ, ਉਹ ਸਾਰੀ ਸਰਕਾਰੀ ਸੰਪत्ति ਨੂੰ ਬਚਾਉਣ ਲਈ ਹੀ ਲੜ ਰਹੇ ਹਾਂ। ਸੋ ਲੋਕਾਂ ਨੂੰ ਇਹ ਗੱਲ ਦੱਸੋ ਕਿ ਅਸੀਂ ਜਿਹੜੀ ਸਰਕਾਰੀ ਸੰਪत्ति ਨੂੰ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਜਮ੍ਹਾਂ ਨੰਗੇ ਚਿੱਟੇ ਰੂਪ 'ਚ ਵੇਚਣ ਤੇ ਤੁਲੇ ਹੋਏ ਹੋ, ਅਸੀਂ ਉਹਨਾਂ ਦੀ ਬਚਾਉਣ ਲਈ ਵੀ ਇਹ ਲੜਾਈ ਲੜ ਰਹੇ ਹਾਂ। ਇਹ ਸਿਰਫ ਸਾਡਾ ਕੋਈ 3 ਕਾਨੂੰਨਾਂ ਜਾਂ MSP ਦਾ ਨਹੀਂ, ਇਹ ਪੂਰੀ ਦੀ ਪੂਰੀ ਇਹ ਪ੍ਰਾਈਵੇਟਾਈਜੇਸ਼ਨ ਦਾ, ਅਡਾਨੀ ਅੰਬਾਨੀ ਦਾ ਇੱਥੇ ਰਾਜ ਸਥਾਪਿਤ ਕਰਨ ਨੂੰ, ਉਹਨੂੰ ਰੋਕਣ ਲਈ ਸਾਡੀ ਲੜਾਈ ਹੈ। ਤਾਂ ਹੀ ਪੂਰੇ ਦੇਸ਼ 'ਚੋਂ ਸਾਨੂੰ ਇੱਥੇ ਸਹਿਯੋਗ ਮਿਲ ਰਿਹਾ ਹੈ। ਸੋ ਇਹ ਮੋਦੀ ਜੀ ਮਨ ਕੀ ਬਾਤ ਥੋੜੀ ਜੀ ਹੁਣ ਸਾਡੇ ਮਨ ਕੀ ਬਾਤ ਵੀ ਸੁਣਿਆ ਕਰਨ, ਸਮਝਿਆ ਕਰਨ। ਬਿਲਕੁਲ ਗੱਲ ਨਾ ਸਭ ਗੱਲ ਕਰਾਂ, ਅੱਜ ਮੀਟਿੰਗ ਹੈ, ਮੀਟਿੰਗ ਲਗਾਤਾਰ ਪਹਿਲਾਂ 6 ਵਾਰੀ ਹੋ ਗਈ, 7ਵੇਂ ਰਾਊਂਡ ਦੀ ਮੀਟਿੰਗ ਹੈ। ਕੀ ਲੱਗਦਾ ਵੀ ਕੋਈ ਆਸ ਹੈ ਆਪਾਂ ਨੂੰ ਇਸ ਮੀਟਿੰਗ ਤੋਂ, ਵੀ ਕੁਝ ਲੱਗਦਾ ਵੀ ਸਰਕਾਰ ਕਰੇਗੀ? ਨਹੀਂ ਤਾਂ ਕਿਸਾਨਾਂ ਨੇ ਐਲਾਨ ਤਾਂ ਕਰ ਹੀ ਰੱਖਿਆ ਵੀ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕਰਨਗੇ ਉੱਥੇ ਜੀ। ਲੋਕ ਸ਼ਕਤੀ ਬਹੁਤ ਵੱਡੀ ਹੁੰਦੀ ਹੈ, ਲੋਕਾਂ ਦੀ ਤਾਕਤ ਐਡੀ ਵੱਡੀ ਹੈ ਤੇ ਲੋਕਾਂ ਦਾ ਹੌਸਲਾ ਐਡਾ ਪ੍ਰਬਲ ਹੈ ਇਸ ਵੇਲੇ, ਇੰਨੇ ਉਹ ਜਾਬਤੇ 'ਚ ਨੇ ਤੇ ਜੋਸ਼ 'ਚ ਨੇ ਕਿ ਸਰਕਾਰ ਕੋਲੇ ਮੰਨਣ ਤੋਂ ਬਿਨਾਂ ਕੋਈ ਰਾਹ ਹੀ ਨਹੀਂ ਹੈਗਾ। ਬਸ ਸਰਕਾਰ ਢੀਠਤਾਈ ਤੇ ਆਈ ਹੋਈ ਹੈ, ਇੱਕਦਮ ਮੰਨ ਨਹੀਂ ਸਕਦੀ, ਹੌਲੀ ਹੌਲੀ ਮੰਨੂਗੀ। ਪੋਲੇ ਪਏ ਨੇ, ਹਰੇਕ ਮੀਟਿੰਗ 'ਚ 2 ਗੱਲਾਂ ਮੰਨ ਲੈਂਦੇ ਨੇ, ਮੰਨ ਜਾਣਗੇ, 1-2 ਰਾਊਂਡ ਹੋਰ ਚੱਲਣਗੇ, ਮੰਨਣੀ ਪਊਗੀ ਉਹਨਾਂ ਨੂੰ ਗੱਲ। ਸਾਡੇ ਨਾਲ ਭਾਈ ਸਾਹਿਬ ਹੋਰ ਵੀ ਮੁਝੇ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕੀ ਨਾਮ ਹੈ ਤੁਹਾਡਾ? मेरा नाम वरुण है। वरुण जी किद्दां लग्गिया किसानी संघर्ष 'ਚ ਜਾ ਕੇ? ਕੀ ਲੱਗਿਆ ਤੁਹਾਨੂੰ ਵੀ ਮੈਨੂੰ ਵੀ ਜਾਣਾ ਚਾਹੀਦਾ किसानी संघर्ष 'ਚ, क्योंकि वर्ल्ड लेवल का संघर्ष बन गया, ਇੱਥੇ सिनेमा चलाया जाता, किस तरीके का? देखिए, पहले तो सबसे पहले वर्ल्ड लेवल का बनने से पहले ये ऑल इंडिया संघर्ष है। अब ये आपको समझाने के लिए समझना पड़ेगा कि मैं मध्य प्रदेश से हूँ और मध्य प्रदेश का किसान पिछले 15 साल से इन कानूनों से लड़ रहा है और उसकी ये स्थिति हो गई है कि वो आज अपनी ज़मीन बचाने के लिए लड़ रहा है। तो जो ये अभी हमने जो भी चीज़ें शुरू की हैं उसका कारण भी यही है कि ट्रॉली टॉकीज़ में हम सिर्फ पंजाबी पिक्चरें नहीं दिखाते हैं, हम उनको अलग अलग स्टेट में हो रही ऐसी फिल्में जो बनी हैं जिनमें किसानों का संघर्ष दिखाया गया है। जैसे एक बहुत पुरानी फिल्म है, 2010 में रिलीज़ हुई थी, पीपली लाइव। वो मूवी जब हमने यहाँ पे दिखाई तो लोगों ने 3 घंटे की पिक्चर है, लंबी पिक्चर है, लेकिन लोगों ने उसको देखा और लोगों ने समझने की कोशिश की कि मतलब मध्य प्रदेश के किसान की स्थिति ये हो गई है कि उसको आत्महत्या करनी पड़ेगी ताकि उसका कर्जा माफ़ हो सके। मैं आपके गांव की तरफ गया था मध्य प्रदेश में, उधर क्या होता है कि जब आपको जो ठेकेदार बोलते हैं भी 1 ट्राली ले आओ, 2 ट्राली ले आओ, ऐसे तो गुजारा नहीं चलता क्योंकि बड़ी लोड होती है हमको, ऐसा सिस्टम कर रखा है कानूनों को। क्या संघर्ष कितने समय से लड़ रहे हो आप? देखिए, ये अलग अलग जत्थेबंदी के लीडरों ने भी ये बात कही है कि जो आपकी मंडियां हैं इसके सिस्टम को ठीक करने की ज़रूरत है, इसको हटाने की या इसको बदल देने की ज़रूरत नहीं है, इसको ठीक करना ज़रूरी है। मध्य प्रदेश के किसान के साथ मैं आपको एक बहुत छोटा सा एग्जांपल देता हूँ। एक गांव में जैसे अब पंजाब से किसान आया तो 90,000 ट्रॉली आई हैं, 90,000 ट्रैक्टर आए हैं।
मध्य प्रदेश के एक गांव में आपको 2 ट्रैक्टर 3 ट्रैक्टर मिलते हैं, है ना। अब आपका जब आपका कटाई हो जाती है, बटाई हो जाती है, उसके बाद आपका जो अनाज है या आपका जो भी आपने उगाया है, जब आपको वो मंडी तक ले जाना होता है तो बुकिंग होती है कि आज मेरा ट्रैक्टर है साहब, मेरा ट्रैक्टर इसकी सब्जी लेके जा रहा है। इससे 3-4 चीज़ें जुड़ी हुई हैं। वहाँ जब वो सब्जी उतारेगा तो वहाँ मजदूर उसकी सब्जी उतारेगा, जब वो मजदूर की सब्जी उतारेगा तो उसको उसी दिन मंडी में वो सब्जी बेचनी है। अगर वो नहीं बेची, 2-3 दिन सब्जी रखी रह गई और कोल्ड स्टोरेज में नहीं गई तो सब्जी खराब हो जाएगी। और ये सारी चीज़ें जो हैं, ये सारी चीज़ें एक इकोनॉमिक सर्कल बनाती है कि भाई मजदूर भी किसान से जुड़ा हुआ है, किसान मजदूर से जुड़ा हुआ है। लेकिन इन सारी चीज़ों को ये जो तोड़ने की व्यवस्था है, ये जो दिखाने की ज़रूरत है कि नहीं नहीं सिर्फ कॉर्पोरेट ही आपको बचा सकते हैं, तो अभी आप मध्य प्रदेश में आप अपने गूगल पे उठा के मध्य प्रदेश की न्यूज़ देखिए, 175 केसेस हुए हैं जिसमें अभी फॉर्च्यून कंपनी जो है उसने कई सारे मध्य प्रदेश के किसानों के साथ ये डील की थी कि हम आपसे खरीदेंगे सामान। लेकिन फिर उसके बाद उन्होंने बोल दिया कि भाई आपने जो उगाया है इसमें पॉइजनस सब्सटेंस है और हम इसको नहीं ले सकते हैं, तो आप हमको मत बेचो। अब वो जो किसान है उनका करोड़ों रुपए का, लाखों रुपए का, जो बड़ी मुश्किल से जिन्होंने लोग जो थोड़े बहुत जो सशक्त किसान है जिनके पास 10 बीघे से ज़्यादा खेती है, वो इस तरह के कॉन्ट्रैक्ट कर पाते हैं। 2 बीघे का किसान क्या कॉन्ट्रैक्ट करेगा? ऐसे तो जैसे कॉर्पोरेट किसानों को दे रहे हैं खेती हमारी, ऐसे तो अनाज और भी महंगा हो जाएगा क्योंकि इन्होंने स्टोर करना है, स्टोर करके रख लेना है, उसको आगे आगे थोड़ी थोड़ी तरीके से निकालेंगे, इससे तो आटा और भी महंगा हो जाएगा। ਉਹੀ ਉਹ ਦੱਸ ਰਿਹਾ, ਜਿਹੜਾ ਫੋਰਚੂਨ ਹੈ ਅਡਾਨੀ ਦੀ ਕੰਪਨੀ ਹੈ, ਅਡਾਨੀ ਗਰੁੱਪ ਦੀ ਹੈ, ਤੇ ਉਹਨਾਂ ਨੇ ਇੱਕ ਛੋਟੀ ਜੀ ਗੱਲ ਪਿੱਛੇ ਵੀ ਕੰਟਰੈਕਟ ਕਿਸਾਨ ਨਾਲ ਤੋੜਤਾ ਤੇ ਨਵੇਂ ਕਾਨੂੰਨ 'ਚ ਤਾਂ ਕਿਸਾਨਾਂ ਕੋਲੇ ਕੋਈ ਹੱਲ ਵੀ ਹੱਕ ਹੀ ਨਹੀਂ ਹੈਗਾ ਵੀ ਉਹ ਵੱਡੀ ਕੰਪਨੀ ਨਾਲ। ਵੈਸੇ ਵੀ ਜੇ ਨਵੇਂ ਕਾਨੂੰਨਾਂ ਨੂੰ ਛੱਡ ਵੀ ਦਈਏ ਤਾਂ ਇੱਕ ਚਾਹੇ ਉਹ 100 ਕਿੱਲੇ ਵਾਲਾ ਕਿਸਾਨ ਵੀ ਹੈ, ਉਹ ਅਡਾਨੀ ਦੀ ਕੰਪਨੀ ਨਾਲ ਕਿਵੇਂ ਲੜਾਈ ਲੜ ਸਕਦਾ ਸਾਡੇ ਮੌਜੂਦਾ ਸਿਸਟਮ 'ਚ। ਸਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਸੋ ਇਹ ਲੋਕ ਭਲੀ ਭਾਂਤ ਸਮਝਦੇ ਨੇ ਜਿਵੇਂ ਸਾਡੇ ਮੌਤ ਦੇ ਵਾਰੰਟ ਨੇ, ਉਹ ਚਾਹੇ ਪੰਜਾਬ ਦਾ ਕਿਸਾਨ ਹੈ, ਮੱਧ ਪ੍ਰਦੇਸ਼ ਦਾ ਕਿਸਾਨ ਹੈ, ਯੂਪੀ ਦਾ ਕਿਸਾਨ ਹੈ, ਬਿਹਾਰ ਦਾ ਕਿਸਾਨ ਹੈ। ਜੇ ਲਾਗੂ ਹੋ ਗਿਆ ਆਪਾਂ ਸਿਰਫ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਦੇ ਤਰਸ ਦੇ ਆਧਾਰ ਤੇ ਪਾਤਰ ਬਣ ਕੇ ਰਹਿ ਜਾਾਂਗੇ, ਉਹਨਾਂ ਦੇ ਰਹਿਮੋ ਕਰਮ ਤੇ ਰਹਿ ਜਾਾਂਗੇ। ਗੱਲ ਕਰੀਏ ਜੀਓ ਦੀ ਸਿਮ ਪੋਰਟ ਕਰਾਉਣ ਲੱਗ ਗਈ ਸੀ, ਲਗਾਤਾਰ ਕਰਾ ਰਹੇ ਸੀ, ਇਹਨੇ ਕੀ ਕਰਿਆ, ਪੋਰਟ ਸਿਸਟਮ ਬੰਦ ਕਰਤਾ, ਨੰਬਰੇ ਬੰਦ ਕਰਤੇ, ਪੋਰਟ ਦੇਣੇ ਬੰਦ ਕਰਤਾ, ਉੱਥੇ ਉਹਨਾਂ ਨੂੰ ਬੜਾ ਘਾਟਾ ਪਿਆ। ਇਹ ਹਾਈ ਕੋਰਟਾਂ ਦਾ ਦਰਵਾਜ਼ਾ ਖੜਕਾਉਣ ਲੱਗੇ, ਫਿਰ ਇਹ ਜ਼ਮੀਨਾਂ ਕਿੱਥੋਂ ਕਰ ਦੇਣਗੇ ਜਦੋਂ ਆਪਾਂ ਨੂੰ ਪੋਰਟ ਨੰਬਰ ਹੀ ਨਹੀਂ ਦੇ ਰਹੇ। ਉਹੀ ਗੱਲ ਹੈ ਜੀ, ਲੋਕਾਂ ਦੀ ਤਾਕਤ ਵੱਡੀ ਹੈ। ਹੁਣ ਮਾਨੀ ਉਰੇ ਵੀ ਪੁੱਤਰ ਬੈਠੇ ਸੀਗੇ, ਉਹਨਾਂ ਨੂੰ ਥੋੜਾ ਜਿਹਾ ਅਕਲ ਆਊਗੀ ਤੇ ਆਹ ਪੋਰਟ ਕਰਕੇ ਉਹਨਾਂ ਨੇ ਦਿਖਾਤਾ ਵੀ ਕਿੱਡੇ ਬੁਖਲਾਏ ਹੋਏ ਨੇ। ਉਹਨਾਂ ਨੇ ਸਾਨੂੰ ਅੰਡਰ ਐਸਟੀਮੇਟ ਕਰਕੇ ਦੇਖਿਆ, ਪਰ ਜਦੋਂ ਲੋਕ ਆਪਦੀ ਆਈ ਤੇ ਆ ਜਾਂਦੇ ਨੇ, ਲੋਕ ਵੱਡੇ ਵੱਡੇ ਤਖਤ ਪਲਟ ਦਿੰਦੇ ਆ, ਰਾਜ ਪਲਟ ਦਿੰਦੇ ਆ, ਇਨਕਲਾਬ ਐਂ ਹੁੰਦੇ ਨੇ। ਹੁਣ ਜਿਹੜੀ ਮਿੰਟ ਸਿਸਟਮ ਹੁੰਦਾ ਸੀ ਇਹਨਾਂ ਦਾ ਹੁਣ ਫ੍ਰੀ ਕਰਤਾ, ਕਹਿੰਦੇ ਕਾਲ ਫ੍ਰੀ ਹੈ, ਵੌਇਸ ਕਾਲ ਹੈ। ਬੜਾ ਕੁਝ ਕਰਨਗੇ, ਉਹਨਾਂ ਨੂੰ ਆਪਦਾ ਜਦੋਂ ਸਾਰਾ ਕੁਝ ਜਾਂਦਾ ਦੇਖੇ ਤਾਂ ਉਹ ਛੋਟੇ ਮੋਟੇ ਲਾਲਚ ਦੇ ਕੇ ਬਚਾਉਣ ਦੀ ਬਹੁਤ ਕੋਸ਼ਿਸ਼ ਕਰਨਗੇ, ਪਰ ਜਦੋਂ ਲੋਕ ਆਪਦੀ ਆਈ ਤੇ ਆ ਜਾਂਦੇ ਹੇਠ ਲੁੱਟੇ ਕਰ ਦਿੰਦੇ ਨੇ। ਬਿਲਕੁਲ ਲਗਾਤਾਰ ਟਾਕਸ ਟਰਾਲੀ ਟਾਈਮਜ਼ ਵੱਡੇ ਵੀਰਾਂ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਇੱਥੇ ਟਿੱਕਰੀ ਬਾਰਡਰ ਦੇ ਉੱਪਰ ਰਹਿਣ ਬਸੇਰਾ ਵੀ, ਤੇ ਨਾਲ ਦੀ ਨਾਲ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਪ੍ਰਾਂਤਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਸੰਘਰਸ਼ ਦੀਆਂ ਪਿਕਚਰਾਂ ਨੇ ਉਹ ਕਿਸਾਨਾਂ ਨੂੰ ਦਿਖਾਇਆ। 300 ਦੇ ਕਰੀਬ ਜਿਹੜੇ ਕਿਸਾਨ ਨੇ ਇੱਥੇ ਰਾਤ ਨੂੰ ਰਿਹਾਇਸ਼ ਵੀ ਕਰਦੇ ਨੇ। ਲਗਾਤਾਰ ਅਸੀਂ ਇਹਨਾਂ ਟਰਾਲੀ ਟਾਈਮਜ਼ ਦੇ ਟਰਾਲੀ ਟਾਕਸ ਵਾਲੇ ਵੀਰਾਂ ਨੂੰ ਵਧਾਈ ਦਾ ਪਾਤਰ ਸਮਝਦੇ, ਜਿਹੜਾ ਐਡਾ ਵੱਡਾ ਉਪਰਾਲਾ ਕੀਤਾ। ਪ੍ਰਾਈਮ ਉਦੇਰੀ ਟਿੱਕਰੀ ਬਾਰਡਰ ਤੋਂ ਗਗਨਦੀਪ।